Our next topic is pseudo. Here we pronounce it as PSEUDO as pseudo first order reaction. ਫਸਟ ਆਰਡਰ ਰਿਐਕਸ਼ਨ ਤੇ ਉਹ ਹੁੰਦੀ ਹੈ ਜਿਨ੍ਹਾਂ ਦੇ ਸਾਡੇ ਕੋਲ ਅਲਫਾ ਪਲਸ ਬੀਟਾ ਦੀ ਇਕੁਅਲ 1 ਆ ਜਾਏ। ਪਰ ਸਿਊਡੋ ਇੱਥੇ ਵਰਡ ਕਿਉਂ ਯੂਜ਼ ਹੋਇਆ ਹੈ ਕਿ ਕੁਝ ਰਿਐਕਸ਼ਨਸ ਹੈ ਜਿਹੜੀਆਂ ਫਸਟ ਆਰਡਰ ਰਿਐਕਸ਼ਨ ਨਹੀਂ ਹੁੰਦੀਆਂ, ਪਰ ਕੁਝ ਸਰਟੇਨ ਕੰਡੀਸ਼ਨਸ ਦੇ ਵਿੱਚ ਟੈਂਪਰੇਚਰ ਜਾਂ ਪ੍ਰੈਸ਼ਰ ਅਸੀਂ ਅਪਲਾਈ ਕਰਦੀ ਹੈ ਜਿਹਦੇ ਵਿੱਚ ਉਹ ਐਜ਼ ਅ ਫਸਟ ਆਰਡਰ ਰਿਐਕਸ਼ਨ ਐਕਟ ਕਰਦੀਆਂ ਹੈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸਿਊਡੋ ਫਸਟ ਆਰਡਰ ਰਿਐਕਸ਼ਨ। ਫੋਰ ਐਗਜ਼ਾਮਪਲ CH3COO C2H5 plus H2O in the presence of acid will give you acetic acid and ethanol. Our next important topic is collision theory. Collision means टकराना। ਕੋਈ ਵੀ ਰਿਐਕਸ਼ਨ ਉਦੋਂ ਹੋਏਗੀ ਜਦੋਂ ਰਿਐਕਟੈਂਟ ਮੋਲੀਕਿਊਲਸ ਜਿਹੜੇ ਆ ਉਹ ਬ੍ਰੇਕ ਕਰਕੇ ਪ੍ਰੋਡਕਟ ਬਣਨ ਵਾਸਤੇ ਟਕਰਾਉਣਗੇ। ਹੁਣ ਕੋਲੀਜਨ ਥਿਊਰੀ, ਇਹਦੀ ਥਿਊਰੀ ਕੀ ਹੈ? ਟਕਰਾਉਣਾ, ਮੋਲੀਕਿਊਲਸ ਦਾ ਟਕਰਾਉਣਾ ਕੀ ਸਾਨੂੰ ਐਕਸਪਲੇਨ ਕਰਦਾ ਹੈ? ਮੋਲੀਕਿਊਲਸ ਦੀ ਜੋ ਕੋਲੀਜਨ ਥਿਊਰੀ ਹੈ ਉਹ ਦੋ ਬੇਸਿਕ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਹੈ। ਕੁਝ ਟਰਮਸ ਪਹਿਲਾਂ ਅਸੀਂ ਇਹਦੇ ਵਿੱਚ ਪੜ੍ਹ ਲੈਂਦੇ ਹਾਂ ਕਿ ਕੋਲੀਜਨ ਫ੍ਰੀਕੁਐਂਸੀ ਕਿੰਨੀ ਹੈ। ਕੋਲੀਜਨ ਫ੍ਰੀਕੁਐਂਸੀ ਉਹ ਹੁੰਦੀ ਹੈ ਕਿ 1 ਸੈਕਿੰਡ ਦੇ ਵਿੱਚ ਮੋਲੀਕਿਊਲਸ ਕਿੰਨੇ ਕੋਲੀਜਨ ਕਰ ਰਹੇ, ਕਿੰਨੇ ਟਕਰਾ ਰਹੇ ਹੈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕੋਲੀਜਨ ਫ੍ਰੀਕੁਐਂਸੀ। ਮੀਨਸ 1 ਸੈਕਿੰਡ ਦੇ ਵਿੱਚ ਅਗਰ 100 ਮੋਲੀਕਿਊਲਸ ਇੱਕ ਦੂਸਰੇ ਨਾਲ ਟਕਰਾ ਰਹੇ ਹੈ, ਡੈਟ ਇਜ਼ ਇਟਸ ਕੋਲੀਜਨ ਫ੍ਰੀਕੁਐਂਸੀ। ਦੈਨ ਇਫੈਕਟਿਵ ਕੋਲੀਜਨ, ਹੁਣ 1 ਸੈਕਿੰਡ ਦੇ ਵਿੱਚ ਮੈਂ ਤੁਹਾਨੂੰ ਕਿਹਾ ਅਗਰ 100 ਕੋਲੀਜਨਸ ਹੋ ਰਿਹਾ ਹੈ, 100 ਮੋਲੀਕਿਊਲਸ ਟਕਰਾ ਰਹੇ ਹੈ, ਜ਼ਰੂਰੀ ਤਾਂ ਨਹੀਂ ਹੈ ਕਿ ਸਾਰੇ ਦੇ ਸਾਰੇ ਹੀ ਸਾਨੂੰ ਰਿਐਕਸ਼ਨ ਦੇਣਗੇ, ਅਤੇ ਇਸ ਕਰਕੇ ਰਿਐਕਸ਼ਨ ਸਿਰਫ ਉਹ ਵਾਲੇ ਮੋਲੀਕਿਊਲਸ ਜਾਂ ਉਹ ਵਾਲੇ ਕੋਲੀਜਨ ਸਾਨੂੰ ਪ੍ਰੋਵਾਈਡ ਕਰਨਗੇ, ਪ੍ਰੋਡਕਟਸ ਬਣਾਉਣ ਦੇ ਵਿੱਚ ਹੈਲਪ ਕਰਨਗੇ ਜਿਹੜੇ ਕਿ ਇਫੈਕਟਿਵ ਹੋਣਗੇ। ਇਫੈਕਟਿਵ ਮੀਨਸ ਇੱਕ ਪ੍ਰੋਪਰ ਤਰੀਕੇ ਨਾਲ ਉਹਨਾਂ ਦੇ ਵਿੱਚ ਟਕਰਾਅ ਹੋਵੇ ਤਾਂ ਕਿ ਇੱਕ ਪ੍ਰੋਪਰ ਰਿਐਕਸ਼ਨ ਹੋ ਜਾਏ। ਹੁਣ ਇਫੈਕਟਿਵ ਕੋਲੀਜਨ ਨੂੰ ਡਿਟਰਮਾਈਨ ਕਰਨ ਵਾਸਤੇ ਦੋ ਇੰਪੋਰਟੈਂਟ ਬੈਰੀਅਰਸ ਦੀ ਆਪਾਂ ਇੱਧਰ ਗੱਲ ਕਰਦੇ ਹਾਂ। ਫਰਸਟ ਇਜ਼ ਐਨਰਜੀ ਬੈਰੀਅਰ। ਲਾਈਕ ਆਪਾਂ ਗੱਲ ਕਰੀਏ ਕਿ ਕੋਈ ਵੀ ਦੋ ਮੋਲੀਕਿਊਲਸ ਟਕਰਾ ਰਹੇ, ਥੋੜ੍ਹਾ ਜਿਹਾ ਟਕਰਾਏ ਪਰ ਰਿਐਕਸ਼ਨ ਨਹੀਂ ਹੋਈ, ਫਿਰ ਥੋੜ੍ਹਾ ਜਿਹਾ ਹੋਰ ਜ਼ਿਆਦਾ ਫੋਰਸ ਦੇ ਨਾਲ ਅਗਰ ਟਕਰਾਉਣਗੇ ਤਾਂ ਵੀ ਰਿਐਕਸ਼ਨ ਨਾ ਹੋਏ, ਬਟ ਕੁਝ ਇਹੋ ਜਿਹੇ ਅਮਾਊਂਟ ਦੇ ਵਿੱਚ ਉਹ ਟਕਰਾਉਣ ਕਿ ਉਹ ਇੱਕ ਐਨਰਜੀ, ਮਤਲਬ ਉਹਨਾਂ ਨੂੰ ਕਮ ਸੇ ਕਮ ਇੰਨੀ ਕੁ ਐਨਰਜੀ ਚਾਹੀਦੀ ਹੈ ਤਾਂ ਕਿ ਉਹ ਟਕਰਾਉਣ ਤੋਂ ਬਾਅਦ ਪ੍ਰੋਡਕਟ ਬਣਾ ਦੇਣ, ਉਹਨੂੰ ਅਸੀਂ ਕਹਿੰਦੇ ਹਾਂ ਐਨਰਜੀ ਬੈਰੀਅਰ, ਕਿ ਐਟਲੀਸਟ ਕਿਸੇ ਵੀ ਰਿਐਕਸ਼ਨ ਨੂੰ ਹੋਣ ਵਾਸਤੇ ਉਨੀ ਕੁ ਐਨਰਜੀ ਚਾਹੀਦੀ ਹੈ। ਫੋਰ ਐਗਜ਼ਾਮਪਲ ਅਗਰ ਆਪਾਂ ਡੇਲੀ ਲਾਈਫ ਤੋਂ ਐਗਜ਼ਾਮਪਲ ਲੈਂਦੇ ਹਾਂ, ਉਹਦੇ ਵਿੱਚ ਅਸੀਂ ਦੇਖੀਏ, ਸਪੋਜ਼ ਤੁਸੀਂ ਕੋਰੀਡੋਰ ਦੇ ਵਿੱਚ ਜਾ ਰਹੇ ਹੋ ਆਪਣੇ ਸਕੂਲ ਦੇ ਵਿੱਚ, ਇੱਕ ਕੋਈ ਬੱਚਾ ਆਇਆ ਛੋਟਾ ਜਿਹਾ, ਤੁਹਾਡੇ ਨਾਲ ਟਕਰਾ ਗਿਆ, ਕੋਲੀਜਨ ਹੋਇਆ, ਬਟ ਯੂ ਡੋਂਟ ਰਿਐਕਟਿਡ ਔਨ ਇਟ ਬਿਕੋਜ਼ ਤੁਸੀਂ ਸੋਚਿਆ ਕਿ ਛੋਟਾ ਹੈ, ਕੋਈ ਗੱਲ ਨਹੀਂ, ਗਲਤੀ ਨਾਲ ਹੋ ਗਿਆ। ਫਿਰ ਦੁਬਾਰਾ ਉਹੀ ਬੱਚਾ ਆਇਆ ਤੁਹਾਡੇ ਨਾਲ, ਫਿਰ ਟਕਰਾ ਗਿਆ, ਤੁਸੀਂ ਕਿਹਾ ਚਲੋ ਕੋਈ ਗੱਲ ਨਹੀਂ। ਫਿਰ ਥਰਡ ਟਾਈਮ ਆਇਆ, ਹੋਰ ਤੇਜ਼ ਟਕਰਾਇਆ, ਫੋਰਥ ਟਾਈਮ ਆਇਆ ਉਹ ਤੋਂ ਜ਼ਿਆਦਾ, ਫਿਰ ਤੁਹਾਡੀ ਰਿਐਕਸ਼ਨ ਹੋਏਗੀ, ਤੁਹਾਨੂੰ ਗੁੱਸਾ ਆਏਗਾ। ਇਸ ਤਰੀਕੇ ਨਾਲ ਮੀਨਸ ਉਹਨੂੰ ਇੱਕ ਪਰਟੀਕੂਲਰ ਤੁਹਾਡਾ ਇੱਕ ਲੈਵਲ ਲਿਆਉਣਾ ਪਿਆ, ਇੱਕ ਐਨਰਜੀ ਯੂਜ਼ ਕਰਨੀ ਪਈ ਤਾਂ ਕਿ ਤੁਹਾਨੂੰ ਗੁੱਸਾ ਆਏ। ਸਿਮਿਲਰਲੀ ਕੋਲੀਜਨਸ ਦੇ ਵਿੱਚ ਵੀ ਕੀ ਹੈ ਕਿ ਕੋਈ ਵੀ ਦੋ ਮੋਲੀਕਿਊਲਸ ਕੋਲਾਈਡ ਤਾਂ ਕਰਦੇ ਹੈ, ਬਟ ਇਫੈਕਟਿਵ ਕੋਲੀਜਨ ਉਹੀ ਹੋਏਗਾ ਜਿਹਦੇ ਨਾਲ ਕਿ ਤੁਹਾਡੇ ਪ੍ਰੋਪਰ ਰਿਐਕਸ਼ਨ ਜਿਹੜੀ ਹੈ ਉਹ ਪੋਸੀਬਲ ਹੋਏ। ਹੁਣ ਕਿਸੇ ਵੀ ਰਿਐਕਸ਼ਨ ਵਾਸਤੇ ਕਮ ਸੇ ਕਮ ਜਿੰਨੀ ਐਨਰਜੀ ਚਾਹੀਦੀ ਹੋਏ ਤਾਂ ਕਿ ਰਿਐਕਸ਼ਨ ਪੋਸੀਬਲ ਹੋ ਜਾਏ। ਮੀਨਸ ਮੰਨ ਲਓ ਕੋਈ ਰਿਐਕਸ਼ਨ ਹੈ, ਅਗਰ ਮੈਂ 10 ਡਿਗਰੀ ਸੈਲਸੀਅਸ ਟੈਂਪਰੇਚਰ, ਮੈਂ ਇੱਥੇ ਟੈਂਪਰੇਚਰ ਐਨਰਜੀ ਦੀ ਗੱਲ ਟੈਂਪਰੇਚਰ 'ਚ ਕਰਨ ਲੱਗੀ ਹਾਂ, ਕੋਈ ਵੀ ਰਿਐਕਸ਼ਨ ਹੈ 10 ਡਿਗਰੀ ਸੈਲਸੀਅਸ ਤੋਂ ਬਾਅਦ ਕੀ ਪੋਸੀਬਲ ਹੈ, ਉਸ ਤੋਂ ਪਹਿਲਾਂ ਨਹੀਂ ਪੋਸੀਬਲ, ਅਤੇ ਇਹਦੀ ਕੀ ਹੋ ਜਾਏਗੀ, 10 ਡਿਗਰੀ ਸੈਲਸੀਅਸ ਵਿਲ ਬੀ ਇਟਸ ਥ੍ਰੈਸ਼ਹੋਲਡ ਐਨਰਜੀ, ਕਿ ਕਮ ਸੇ ਕਮ ਉਹਨੂੰ ਇੰਨੀ ਐਨਰਜੀ ਚਾਹੀਦੀ ਹੈ ਤਾਂ ਕਿ ਰਿਐਕਸ਼ਨ ਅੱਗੇ ਜਾਏ। ਅਗਰ 10 ਡਿਗਰੀ ਸੈਲਸੀਅਸ ਤੋਂ ਘੱਟ ਹੋਏਗਾ ਅਤੇ ਰਿਐਕਸ਼ਨ ਨਹੀਂ ਹੋਏਗੀ। ਫੋਰ ਐਗਜ਼ਾਮਪਲ ਤੁਸੀਂ ਵਾਟਰ ਨੂੰ ਬੋਇਲ ਕਰਨਾ ਹੈ, ਵਾਟਰ ਬੋਇਲ ਕਰਨ ਵਾਸਤੇ ਤੁਹਾਨੂੰ 100 ਡਿਗਰੀ ਸੈਲਸੀਅਸ ਟੈਂਪਰੇਚਰ ਅਟੇਨ ਕਰਨਾ ਪਏਗਾ, ਉਹ ਤੋਂ ਜ਼ਿਆਦਾ ਹੋਏਗਾ ਤਾਂ ਓਬਵੀਅਸਲੀ ਵਾਟਰ ਜੋ ਹੈ ਬੋਇਲ ਹੋ ਹੀ ਜਾਏਗਾ, ਬਟ 100 ਡਿਗਰੀ ਸੈਲਸੀਅਸ ਤੋਂ ਅਗਰ ਘੱਟ ਟੈਂਪਰੇਚਰ ਹੋਏਗਾ ਤਾਂ ਵਾਟਰ ਬੋਇਲ ਨਹੀਂ ਹੋਏਗਾ। ਇਟ ਮੀਨਸ ਦ ਥ੍ਰੈਸ਼ਹੋਲਡ ਐਨਰਜੀ ਜਾਂ ਫਿਰ ਥ੍ਰੈਸ਼ਹੋਲਡ ਟੈਂਪਰੇਚਰ ਫॉर ਬੋਇਲਿੰਗ ਵਾਟਰ ਸ਼ੁੱਡ ਬੀ 100 ਡਿਗਰੀ ਸੈਲਸੀਅਸ। ਸੈਕਿੰਡ ਫੈਕਟਰ ਹੈ ਆਪਣਾ ਓਰੀਐਂਟੇਸ਼ਨ ਬੈਰੀਅਰ। ਓਰੀਐਂਟੇਸ਼ਨ ਦਾ ਮਤਲਬ ਹੈ ਮੂਵਮੈਂਟ ਜਾਂ ਕਿਸ ਤਰੀਕੇ ਨਾਲ ਘੁੰਮਦੇ ਹੈ ਮੋਲੀਕਿਊਲਸ ਜਿਹਦੇ ਨਾਲ ਕਿ ਉਹ ਟਕਰਾਉਣ ਅਤੇ ਤੁਹਾਡੇ ਕੋਲ ਇੱਕ ਪਰਟੀਕੂਲਰ ਰਿਐਕਸ਼ਨ ਆ ਜਾਏ, ਤੁਹਾਡੇ ਕੋਲ ਪਰਟੀਕੂਲਰ ਰਿਐਕਸ਼ਨ ਦਾ ਪ੍ਰੋਡਕਟ ਮਿਲ ਜਾਏ। ਕੋਈ ਵੀ ਮੋਲੀਕਿਊਲਸ ਹੈ, ਹੁਣ ਅਗਰ ਸਪੋਜ਼ ਕਰੋ ਮੈਂ ਤੁਹਾਨੂੰ ਇਹੀ ਚੀਜ਼ ਹੁਣ ਦਿਖਾਉਣ ਲੱਗੀ ਹਾਂ
कोई मॉलिक्यूल्स है नाइट्रोजन और नाइट्रोजन, अगर ये आमने सामने होंगे क्योंकि बॉन्ड तो नाइट्रोजन एंड नाइट्रोजन च बनना है, अगर ये बॉन्ड्स दोनों एटम्स इस तरीके नाल रहणगे नाइट्रोजन दे नाल नाइट्रोजन अटैच हो जाएगा। लेकिन अगर ये मॉलिक्यूल्स दा ऑक्सीजन वाला NO2 दा ऑक्सीजन अगर नाइट्रोजन नाल रिएक्ट करेगा तो जिद्दां मर्जी टकराई जाए ऑक्सीजन नाइट्रोजन नाल, क्योंकि बॉन्ड तो नाइट्रोजन नाइट्रोजन नाल बनना है। तो इस तरीके नाल मॉलिक्यूल्स एग्जिस्ट होने चाहिए है या फिर टकराने चाहिए है, जो बॉन्ड बनना है वो वाले एटम्स जिहड़े एक दूसरे दे नाल अटैच हो जान। दिस इज़ नोन एज ओरिएंटेशन बैरीयर। इट मीनस कि कोई भी कोलिजन होने वास्ते, इफेक्टिव कोलिजन वास्ते एक तो मॉलिक्यूल्स ਨੂੰ एनर्जी बैरीयर ਨੂੰ क्रॉस करना पेगा, दूसरा उन्होंने ओरिएंटेशन मतलब उन्होंने पोजीशन प्रॉपर होनी चाहिए है, उस बैरीयर उन्होंने मेनटेन करना पेगा। नैक्सट टॉपिक है अपना डिपेंडेंस ऑफ रिएक्शन रेट्स ऑन टैंपरेचर। टैंपरेचर का इफेक्ट की होंदा है, डिपेंड किद्दां करदी है रिएक्शन टैंपरेचर के उपर। अगर तुसी 10 डिग्री सैल्सीयस टैंपरेचर इनक्रीज़ कर दो किसी भी रिएक्शन का, तो रिएक्शन जो है वो की हो जाती है, डबल हो जाती है, उसका रेट कांस्टेंट जो है वो डबल हो जाता है। द रेट ऑफ रिएक्शन और रेट कांस्टेंट बिकम्स ऑलमोस्ट डबल फॉर एवरी 10 डिग्री राइज इन टैंपरेचर। जिद्दां ही तुसी 10 डिग्री इंक्रीज़ कर देंगे हो तो रिएक्शन जो है डबल टाइम मतलब फास्ट हो जाती है एज़ कंपैरिजन टू इनिशियल रिएक्शन। फिर असी गल करते हैं आरएनएस इक्वेशन की। आरएनएस इक्वेशन इज़ रिप्रजेंटेड बाय K इक्वल्स टू AE⁻ माइनस EA/RT, वेयर K is a rate constant, A is Arrhenius factor or frequency factor, R is a gas constant. These are constants and their values will not vary. Then EA is the activation energy. We will talk about activation energy later on. ਹੁਣ इस इक्वेशन में मैं थोड़ा जिहा सिंपलीफाई करन लगी हाँ। टेकिंग नैचुरल लॉग, बेटा LN मीनस नैचुरल लॉग ऑन बोथ साइड्स, दोनों साइड्स से मैं नैचुरल लॉग लैन लगी हाँ। नैचुरल लॉग K इक्वल्स टू नैचुरल लॉग AE⁻ EA/RT एज इट इज़ लिखता। बट एक फॉर्मूला होंदा है कि नैचुरल लॉग M इंटू N इक्वल्स टू नैचुरल लॉग M प्लस नैचुरल लॉग N। इट मीनस इधर अगर मैं देखा A इंटू E⁻ EA/RT है माइनस EA/RT है, मतलब M असी सपोज कर सकते हैं A नू E⁻ माइनस EA/RT नू N सपोज कर लो, तो तुहाडे कोल की बन जाएगा नैचुरल लॉग K इक्वल्स टू नैचुरल लॉग A प्लस नैचुरल लॉग E⁻ माइनस EA/RT। देन नैचुरल लॉग E⁻x इज इक्वल्स टू x। E⁻x की होंगी है x ही हो जाती है। हुण E⁻ जो भी टर्म है वो एज इट इज़ आ जाएगी अगर तुहाडे कोल नैचुरल लॉग है। फिर असी गल करिए इधर इक्वेशन मेरी सिंपलीफाई हो जाएगी। नैचुरल लॉग K इक्वल्स टू नैचुरल लॉग A प्लस मैं साइन एज इट इज़ रहन दिता है E⁻ नैचुरल लॉग E कैंसल हो जाएंगे, E⁻ माइनस EA/RT माइनस EA/RT। हुण ये साडे कोल एक टर्म आ गई। हुण मैं नैक्सट टर्म दे विच सिंपली प्लस साइन नू माइनस दे नाल रिप्लेस किया है। हुण कन्वर्टिंग नैचुरल लॉग टू कॉमन लॉग, अगर मैं नैचुरल लॉग नू कॉमन लॉग दे विच कन्वर्ट करना है तो की हुंदा है नैचुरल लॉग इज इक्वल्स टू 2.303 ऑफ कॉमन लॉग। 2.30 इधर आ जाएगा नैचुरल लॉग दी जगह 2.303 लॉग K इक्वल्स टू 2.303 लॉग A। इधर कोई भी लॉग नहीं सी, इस करके दिस टर्म विल रिमेन एज इट इज़ माइनस EA/RT। देन लॉग K इक्वल्स टू लॉग A, दिस टर्म्स विल कैंसल आउट, या फिर मैं इनू डिवाइड करदा सारे नू इक्वेशन 2.303 दे नाल, या सिंपली तुसी इन्हां नू कैंसल आउट कर लो और इधर की आ जाएगा 2.303 RT। तो इस इक्वेशन में मैं अगर स्ट्रेट लाइन इक्वेशन के नाल रिलेट करा y इक्वल्स टू mx प्लस c, हेयर log k इक्वल्स टू माइनस EA/2.30 RT प्लस log a। y की है y एक्सिस, तो मैं अगर इसका ग्राफ ड्रॉ करा तो log की है log k इक्वल्स टू y, मतलब y एक्सिस तो मैं log k लिख सकती हाँ। फिर m की जगह की आएगा, m कॉन्स्टेंट नहीं है, x इज़ कॉन्स्टेंट, x सॉरी m जो है डैट विल गिव यू स्लोप ऑफ स्ट्रेट लाइन। स्लोप असी अगर फाइंड आउट करिए EA डिवाइडेड बाय 2.303 ओवर R, दिस इज़ कॉन्स्टेंट
एक टाइप का कांस्टेंट हो गया ई ਇਹਦੀ कुछ वैल्यू होएगी बाकी दोनों चीज़ां कांस्टेंट है ये ਤੁਹਾਨੂੰ ਦੱਸ ਦੇਣਗੇ ਸਲੋਪ ਤੇ ਤੁਹਾਡੇ ਕੋਲ वेरीएबल ਕੀ ਰਹਿ ਗਿਆ t 1/t ਹੈ ਇਸ ਕਰਕੇ ਅਸੀਂ ਇਹਨੂੰ x ਐਕਸਿਸ ਤੇ ਲਿਖ ਦਿੰਨੇ ਆ ਫਿਰ ਮਾਈਨਸ ਦੇ ਵਿੱਚ ਹੈ ਤਾਂ ਅਗਰ ਮਾਈਨਸ ਦੇ ਵਿੱਚ ਕਦੀ ਵੀ इक्वेशन आती है स्लोप आता है तो स्लोप हमेशा ऊपर तो नीचे जाएगा और दिस इंटरसेप्ट विल बी c ठीक है दिस इज़ कांस्टेंट log a एंड दिस इज़ इक्वल्स टू log a इंटरसेप्ट मीनस जो y एक्सिस जो y एक्सिस ਨੂੰ कट कर रहा है डैट इज़ नोन एज इंटरसेप्ट तो असी इस तरीके नाल इहदा ग्राफ ड्रॉ कर सकते हैं दैन अगेन टॉकिंग अबाउट दिस इक्वेशन अगर मान लो मैं दो डिफरेंट टेम्परेचर्स ले लेनी है T1 एंड T2 तो मैं फर्स्ट टेम्परेचर T1 वास्ते इस तरीके नाल आर्नियस इक्वेशन ਨੂੰ लिख सकती हैं T2 वास्ते इस तरीके नाल लिख सकती हैं मैं इक्वेशन 1 चो 2 ਨੂੰ माइनस कर दो या 2 चो 1 ਨੂੰ माइनस कर दो ਤੁਹਾਡੇ ਕੋਲ फाइनल फार्मूला की आ जाएगा log K1 over K2 इक्वल्स टू माइनस EA over 2.303 R 1 over T1 माइनस 1 over T2 ये तुसी सॉल्व करके देखना प्लस ये एक फार्मूला आएगा जो तुसी माइनस करते हो ना log m माइनस log n जिदा कि डिवीजन दे नाल होए मैं तुहानू पहला भी दस्सिया सी log m over n इक्वल्स टू log m प्लस log n ठीक है सिमिलरली log m माइनस log n इक्वल्स टू log m ओवर n तो इधर माइनस साइन आ रहा है K1 ओवर K2 कर दोगे दिस विल कैंसिल आउट और इधर जो टर्म है टू EA ओवर 2.303 R कॉमन है दोनों दे विच तुसी कॉमन कट के टैंपरेचर वाली टर्म नू स्क्वायर ब्रैकेट्स लिख लोगे दिस इज़ योर फाइनल इक्वेशन फॉर आर्नियस इक्वेशन